सत श्री अकाल, तुसीं वेख रहे हो डेली पोस्ट पंजाब हरियाणा हिमाचल। मैं तुहाडे नाल जसमीत। अज एक खबर बहुत चर्चा दे विच है, वो है चंडीगढ़ के SSP कुलदीप सिंह चाहल नूं लैके, जिन्हां 10 महीने पहलां जो उन्हां दा कार्यकाल बचदा सी उस तो पहलां ही चंडीगढ़ प्रशासन दे वल्लों रिलीव कर दिता जांदा है, जिस नूं लैके हुण बहुत सारियां जिहड़े शंके ने वो भी खड़े हो रहे ने, सवाल खड़े हो रहे ने ते सियासी प्रतिक्रियावां भी आउणियां शुरू हो गईयां ने। IPS 2009 के IPS बैच दे ने कुलदीप सिंह चाहल, जिन्हां नूं चंडीगढ़ का SSP नियुक्त किया गया। उन्हां नूं रिलीव करके हरियाणा कैडर दी मनीषा चौधरी नूं इत्थे SSP जिहड़ा तैनात कर दिता गया। चाहे भाखड़ा ब्यास मैनेजमेंट बोर्ड होए, उस दे विचों पंजाब दी मुख्तियारी नूं खत्म करना होवे, जां फिर चंडीगढ़ दा अपना हिस्सा होवे, जां फिर पंजाबी बोलदे इलाकिਆਂ दी गल होवे, सब नूं लैके हर वार सवाल ने जिहड़े खड़े रहिंदे ने। 1966 तो लैके हुण तक 17 SSP चंडीगढ़ दे विच लाए गए ने ते उन्हां दे विचों पंजाब दे इस वार दे कुलदीप सिंह चाहल नूं रिलीव कर दिता गया है। बहुत सारे सवाल इस चीज़ नूं लैके खड़े हुंदे ने। सहयोगी बज़म वर्मा साडे नाल जुड़े हुए ने। बज़म तो इस बाबत गलबात करदे हां ते होर वधेरे जानकारी है जिहड़ी तफसील दे नाल बज़म तो लैने आ। बज़म, बहुत सारे सवाल, बहुत सारियां शंकावां जिहड़ियां ने खड़ियां हो रही ने। बिल्कुल जी, मेनू थोड़ा समा दो, मैं शुरुआत करूंगा क्योंकि आज 14 दिसंबर है। मैं शुरुआत करूंगा 7 दिसंबर तो, यानी एक हफ्ता पहला। एक हफ्ता पहला तो एक प्रेस इनवाइट आंदा है जिहदे विच लिखिया जांदा है कि एक वड्डी रिकवरी कीती है स्मैक ते हीरोइन दी, जिहदी लागत करोड़ां च दस्सी जा रही है। SSP कुलदीप सिंह चाहल ਇਹਦੇ ਉੱਪਰ ਪ੍ਰੈਸ ਕਾਨਫਰੰਸ ਕਰਨਗੇ। ਉਸ ਤੋਂ ਬਾਅਦ 9 ਤਰੀਕ ਨੂੰ ਇੱਕ ਹੋਰ ਇਸੇ ਤਰੀਕੇ ਨਾਲ ਜਿਹੜਾ ਉਹ GST ਦੇ ਚੀਟਿੰਗ ਕੇਸ ਤੇ SP ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ। ਉਸ ਤੋਂ ਬਾਅਦ ਨਾਲ ਹੀ 10 ਤਰੀਕ ਨੂੰ SSP ਇੱਕ ਹੋਰ ਪ੍ਰੈਸ ਕਾਨਫਰੰਸ ਕਰਦੇ ਨੇ ਜਿਹਦੇ ਵਿੱਚ ਕਿਹਾ ਜਾਂਦਾ ਹੈ ਇੱਕ ਹੋਰ ਵੱਡੀ ਰਿਕਵਰੀ ਡਰੱਗਸ ਦੇ ਉੱਤੇ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਹੋਰ ਕਈ ਸਾਰੇ ਪ੍ਰੈਸ ਕਾਨਫਰੰਸਿਸ, ਯਾਨੀ ਇੱਕ ਹਫ਼ਤੇ 'ਚ ਘੱਟੋ ਘੱਟ 4 ਪ੍ਰੈਸ ਕਾਨਫਰੰਸਾਂ SSP ਕੁਲਦੀਪ ਸਿੰਘ ਚਾਹਲ ਤੇ ਉਹਨਾਂ ਦੇ ਪੁਲਿਸ ਵਿਭਾਗ ਵੱਲੋਂ ਕੀਤੀਆਂ ਗਈਆਂ ਨੇ, ਜਿਸ ਤੋਂ ਇਹ ਦੱਸਦੀਆਂ ਨੇ ਕਿ ਪੁਲਿਸ ਵਿਭਾਗ ਕਿੰਨਾ ਐਕਟਿਵ ਸੀਗਾ ਤੇ ਕਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੇ ਤਰੀਕੇ ਨਾਲ ਕੰਮ ਕਰ ਰਿਹਾ ਸੀਗਾ। ਤਾਂ ਫਿਰ SSP ਕੁਲਦੀਪ ਸਿੰਘ ਚਾਹਲ ਨੂੰ ਕਿਉਂ ਲਾਇਆ ਗਿਆ? ਸਵਾਲ ਸਭ ਤੋਂ ਵੱਡਾ ਇਹ ਖੜਾ ਹੋ ਰਿਹਾ ਹੈ। 2009 ਦੇ IPS बैच ਦੇ पंजाब कैडर ਦੇ, माफ करना हरियाणा तो बिलोंग करते हैं, पर पंजाब कैडर ਦੇ ਨੇ ਕੁਲਦੀਪ ਸਿੰਘ ਚਾਹਲ। जद ਜੇ ਅਸੀਂ ਗੱਲ ਕਰੀਏ ਸੋਮਵਾਰ ਦੀ, ਜਦ ਇਹ ਸਾਰਾ ਕੁਝ ਹੋਇਆ, ਕਰੀਬ 1 ਵਜੇ ਜਿਹੜੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਹੈ ਕਿ ਨੋਟੀਫਿਕੇਸ਼ਨ ਪਾਸ ਕਰ ਦਿੱਤਾ ਗਿਆ ਸੀ। ਪੁਲਿਸ ਆਫੀਸ਼ੀਅਲਸ ਇਹ ਵੀ ਜਾਣਕਾਰੀ ਦੇ ਰਹੇ ਨੇ ਕਿ ਸ਼ਾਮ ਤੱਕ IPS SSP ਕੁਲਦੀਪ ਸਿੰਘ ਚਾਹਲ ਜਿਹੜੇ ਉਹ ਪੁਲਿਸ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ, ਯਾਨੀ ਆਪਣੀ ਕੁਰਸੀ ਸਾਂਭੀ ਵੀ ਸੀ। ਪਰ ਜਿਵੇਂ ਹੀ ਮੀਡੀਆ ਚ ਉਸ ਤੋਂ ਬਾਅਦ ਆਫੀਸ਼ੀਅਲ ਤੌਰ ਤੇ ਇਹ ਸਾਰਾ ਕੁਝ ਨੋਟੀਫਿਕੇਸ਼ਨ ਸਾਹਮਣੇ ਆਈ, ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ ਹੁਣ ਉਹਨਾਂ ਨੂੰ ਜਿਹੜਾ ਹੈ ਉਹ ਵਾਪਸ ਭੇਜ ਦਿੱਤਾ ਗਿਆ ਤੇ ਇੱਕ ਨਵੀਂ ਅਸਾਈਨਮੈਂਟ ਉਹ ਪੰਜਾਬ ਸਰਕਾਰ ਦੇ ਅੰਡਰ ਸਾਂਭਣਗੇ। ਤੇ ਉਸ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਆਉਂਦੀ ਹੈ ਜਿਸ ਤੇ ਕਿਹਾ ਜਾਂਦਾ ਕਿ ਐਡੀਸ਼ਨਲ ਚਾਰਜ ਜਿਹੜੀ ਚੰਡੀਗੜ੍ਹ ਦੀ SSP ਟ੍ਰੈਫਿਕ ਨੇ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਜਾਂਦਾ ਹੈ। SSP ਲਾਅ ਐਂਡ ਆਰਡਰ ਦਾ ਮਨੀਸ਼ਾ ਚੌਧਰੀ ਜਿਹੜੀ 2011 ਦੀ IPS ਬੈਚ ਦੀ ਅਧਿਕਾਰੀ ਨੇ, ਪਰ ਹਰਿਆਣਾ ਕੈਡਰ ਤੋਂ ਆਉਂਦੀਆਂ ਨੇ, ਤਾਂ ਕਿਤੇ ਨਾ ਕਿਤੇ ਇੱਕ ਐਡੀਸ਼ਨਲ ਚਾਰਜ ਉਹਨਾਂ ਨੂੰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਹੈ ਉਹ ਮਾਮਲਾ ਖੜਾ ਹੋਇਆ ਕਿ ਆਖਿਰਕਾਰ ਜਦ UT ਕੈਡਰ ਦੇ ਵਿੱਚ ਪੰਜਾਬ ਕੈਡਰ ਦੇ IPS ਨੂੰ ਹਮੇਸ਼ਾ ਲਾਅ ਐਂਡ ਆਰਡਰ SSP ਦੀ ਨਿਯੁਕਤੀ ਦਿੱਤੀ ਜਾਂਦੀ ਹੈ, ਤਾਂ ਫਿਰ ਕਿਉਂ ਮਨੀਸ਼ਾ ਚੌਧਰੀ ਨੂੰ ਦਿੱਤੀ ਗਈ? ਹਾਲਾਂਕਿ ਕਈ ਸਾਰੇ ਆਫੀਸ਼ੀਅਲਸ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਗੱਲ ਹੀ ਕੀਤੀ, ਪਰ ਕਿਤੇ ਨਾ ਕਿਤੇ ਇਹ ਕਹਿ ਦਿੱਤਾ ਗਿਆ ਕਿ ਐਡੀਸ਼ਨਲ ਚਾਰਜ ਮਿਲੇ ਹੈ। ਹਾਲੇ ਦੁਬਾਰਾ ਤੋਂ ਜਦ ਪ੍ਰੋਸੀਜਰ ਸ਼ੁਰੂ ਹੋਏਗਾ ਤੇ ਫਿਰ ਪੰਜਾਬ ਕੈਡਰ ਦੇ IPS ਨੂੰ ਦੁਬਾਰਾ SSP ਜਿਹੜਾ ਹੈ ਉਹ ਨਿਯੁਕਤ ਕੀਤਾ ਜਾਏਗਾ। ਦੂਜਾ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਪਹਿਲਾਂ, ਕਿਉਂਕਿ ਜਿਸ ਤਰੀਕੇ ਨਾਲ ਨੀਲਾਂਬਰੀ ਜਦ ਅਗਲੇ ਜਦ ਇੱਥੇ SSP ਹੁੰਦੇ ਸੀਗੇ ਉਸ ਸਮੇਂ ਪਹਿਲਾਂ ਹੀ ਪ੍ਰੋਸੀਜਰ ਸ਼ੁਰੂ ਕੀਤਾ ਗਿਆ ਸੀ। ਪੰਜਾਬ ਨੇ 3 IPS ਦੇ ਨਾਂ ਭੇਜੇ ਸੀਗੇ, ਜਿਨ੍ਹਾਂ 'ਚ MHA ਨੇ ਮੋਹਰ ਲਾ ਕੇ ਕੁਲਦੀਪ ਸਿੰਘ ਚਾਹਲ ਨੂੰ ਇੱਥੇ ਦਾ SSP ਨਿਯੁਕਤ ਕੀਤਾ ਸੀ। ਕਿਸੇ ਤਰੀਕੇ ਦੀ ਕੋਈ ਨਿਯੁਕਤੀ ਨਹੀਂ ਹੋਈ, ਕਿਸੇ ਤਰੀਕੇ ਨਾਲ ਕੋਈ ਨਾਂ ਨਹੀਂ ਭੇਜੇ ਗਏ। ਰਾਤੋਂ ਰਾਤ ਕਿਸ ਤਰੀਕੇ ਨਾਲ SSP ਨੂੰ ਬਦਲ ਦਿੱਤਾ ਗਿਆ, ਬਦਲ ਕੇ ਐਡੀਸ਼ਨਲ ਚਾਰਜ SSP ਟ੍ਰੈਫਿਕ ਨੂੰ ਦੇ ਦਿੱਤਾ ਗਿਆ, ਜਿਹੜੀ ਕਿ ਹਰਿਆਣੇ ਦੀ ਹੈ। ਇਸ ਦੇ ਉੱਤੇ ਸਾਰੀ ਪੋਲੀਟੀਕਲ ਗੇਮ ਜਿਹੜੀ ਹੈ ਸਹੀ ਕਹਿ ਰਹੇ ਹੋ ਬਜ਼ਮ। ਇੱਥੇ ਇੱਕ ਚੀਜ਼ ਹੋਰ ਵੀ ਐਡ ਆਨ ਕਰਨੀ ਚਾਹਾਂਗੀ ਕਿ ਜਦੋਂ SSP ਕੁਲਦੀਪ ਸਿੰਘ ਚਾਹਲ ਨੂੰ ਰਿਲੀਵ ਕੀਤਾ ਜਾਂਦਾ ਹੈ, ਉਸ ਤੋਂ ਪਹਿਲਾਂ DGP ਚੰਡੀਗੜ੍ਹ ਸਕੱਤਰ ਬਨਵਾਰੀ ਲਾਲ ਪ੍ਰੋਹਤ ਜੋ ਗਵਰਨਰ ਨੇ ਉਹਨਾਂ ਦੀ ਇੱਕ ਬੈਠਕ ਹੁੰਦੀ ਹੈ, ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਤੇ ਇਹਨਾਂ ਨੂੰ ਰਿਲੀਵ ਕਰ ਦਿੱਤਾ ਜਾਂਦਾ। ਤੇ ਦੂਜੇ ਪਾਸੇ ਜਦੋਂ ਪਤਾ ਚੱਲਦਾ ਪੰਜਾਬ ਸਰਕਾਰ ਨੂੰ ਤਾਂ CM ਪੰਜਾਬ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ 3 ਮੈਂਬਰੀ ਪੈਨਲ ਭੇਜਾਂਗੇ, ਪਰ ਉਸ ਤੋਂ ਬਾਅਦ UT ਦੇ ਪ੍ਰਸ਼ਾਸਨ ਦੇ ਵੱਲੋਂ ਇਹ ਬਿਆਨ ਆਉਂਦਾ ਹੈ ਕਿ ਪੈਨਲ ਦੇ ਨਾਮ ਹੈ ਜਿਹੜੇ ਮੰਗਵਾਏ ਜਾਣਗੇ। ਇਹ ਜਿਹੜੀਆਂ ਚੀਜ਼ਾਂ ਨੇ
ਕਿਸੇ ਹੋਰ ਪਾਸੇ ਵੀ ਸੰਕੇਤ ਦੇ ਰਹੀਆਂ ਨੇ ਕਿ ਹੋ ਸਕਦਾ ਹੈ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਜਾਂ ਤਾਂ ਚੰਡੀਗੜ੍ਹ ਤੋਂ ਜਾਂ ਫਿਰ ਯੂਟੀ ਤੋਂ ਹੀ ਕਿਸੇ ਆਈਪੀਐਸ ਅਧਿਕਾਰੀ ਦੀ ਜਿਹੜੀ ਪਰਮਾਨੈਂਟ ਨਿਯੁਕਤੀ ਕੀਤੀ ਜਾਏਗੀ, ਜਿਸ ਦਾ ਮਤਲਬ ਇਹ ਹੋਏਗਾ ਕਿ ਪੰਜਾਬ ਨੂੰ ਇਸ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਏਗਾ। ਦੇਖੋ ਬਿਲਕੁਲ ਜਸਮੀਤ, ਦੋ ਰੀਜ਼ਨਸ ਹੋ ਸਕਦੇ ਨੇ, ਦੋ ਐਂਗਲਸ ਹੋ ਸਕਦੇ ਨੇ ਇਸ ਦੇ ਵਿੱਚ। ਜੇ ਤੇ ਪੰਜਾਬ, ਕਿਉਂਕਿ ਹਲੇ ਤੱਕ ਸਿਰਫ ਵਰਬਲ ਟਾਕਸ ਹੋ ਰਹੀਆਂ ਨੇ, ਵਰਬਲੀ ਸੀਐਮ ਨੇ ਕਿਹਾ ਹੈ ਹਲੇ ਪੰਜਾਬ ਦੇ ਕਿ ਅਸੀਂ ਜਿਹੜੇ ਉਹ 3 ਮੈਂਬਰੀ ਜਿਹੜੇ ਆਈਪੀਐਸ ਦੀ ਨਾਂ ਨੇ ਉਹ ਭੇਜਾਂਗੇ। ਦੂਜੇ ਪਾਸੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ, ਚਰਚਾਵਾਂ ਛਿੜ ਰਹੀਆਂ ਨੇ ਕਿ ਜਿਹੜੇ ਐਡਮਿਨਿਸਟ੍ਰੇਟਰ ਨੇ ਚੰਡੀਗੜ੍ਹ ਦੇ, ਗਵਰਨਰ ਨੇ ਪੰਜਾਬ ਦੇ, ਉਹ ਅੱਗੇ ਹਲੇ ਜਿਹੜਾ ਹੈ ਉਹ ਲੈਟਰ ਭੇਜਣਗੇ ਕਿ ਤੁਸੀਂ ਨਾ ਭੇਜੋ। ਹਲੇ ਵਰਬਲ ਟਾਕਸ ਚੱਲ ਰਹੀਆਂ ਨੇ, ਨਾ ਹਲੇ ਤੱਕ ਗਵਰਨਰ ਵੱਲੋਂ, ਆਫੀਸ਼ੀਅਲਸ ਵੱਲੋਂ ਕਿਸੇ ਤਰੀਕੇ ਦਾ ਕੋਈ ਲੈਟਰ ਸਾਹਮਣੇ ਆਇਆ, ਨਾ ਪੰਜਾਬ ਸਰਕਾਰ ਵੱਲੋਂ ਕੋਈ ਨਾਂ ਸਾਹਮਣੇ ਆਏ ਨੇ ਹਲੇ ਤੱਕ ਕਿ ਕਿਹਨੂੰ ਅੱਗੇ ਭੇਜਿਆ ਜਾਏਗਾ। ਰਿਪਰੈਜ਼ੈਂਟੇਟਿਵ ਕੌਣ ਹੋਣਗੇ 3 ਜਿਨ੍ਹਾਂ ਤੋਂ ਚੂਜ਼ ਕਰਕੇ ਅੱਗੇ ਐਮਐਚਏ ਤੇ ਗਵਰਨਰ ਸਿਲੈਕਟ ਕਰਕੇ ਐਸਐਸਪੀ ਨਿਯੁਕਤ ਕਰਨਗੇ। ਤਾਂ ਕਿਤੇ ਨਾ ਕਿਤੇ ਜੇ ਵੈਸੇ ਤਾਂ ਕਨਸਟੀਟਿਊਸ਼ਨਲ ਤੌਰ ਨਾਲ ਇਹ ਸੀਟ ਜਿਹੜੀ ਹੈ ਐਸਐਸਪੀ ਲਾਅ ਐਂਡ ਆਰਡਰ ਦੀ ਉਹ ਪੰਜਾਬ ਕੇਡਰ ਦੀ ਹੈ। ਜੇ ਯੂਟੀ ਦੇ ਕਿਸੇ ਪੁਲਿਸ ਅਫਸਰ ਦੀ ਨਿਯੁਕਤੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਸ ਤੇ ਸਿਆਸਤ ਜ਼ਰੂਰ ਭਖੂਗੀ। ਪਰ ਦੂਜਾ ਇੱਕ ਐਂਗਲ ਇਹ ਵੀ ਹੈਗਾ ਕਿਉਂਕਿ ਐਸਐਸਪੀ ਕੁਲਦੀਪ ਸਿੰਘ ਚਾਹਲ ਦਾ ਕਿਤੇ ਨਾ ਕਿਤੇ ਇੱਕ ਤਾਲਮੇਲ ਨਹੀਂ ਬੈਠ ਰਿਹਾ ਸੀਗਾ। ਉਹ ਤਾਲਮੇਲ ਇਸ ਕਰਕੇ ਨਹੀਂ ਬੈਠ ਰਿਹਾ ਸੀ ਸੀਨੀਅਰ ਅਫਸਰ ਨਾਲ ਕਿਉਂਕਿ ਸੀਨੀਅਰ ਅਫਸਰ ਕਈ ਸਾਰੇ ਡਾਇਨਾਮਿਕਸ ਤੋਂ ਆਉਂਦੇ ਨੇ ਤੇ ਜਿਹੜੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਉਹ ਪੰਜਾਬ ਕੇਡਰ ਦੇ ਨੇ। ਤਾਂ ਕਿਤੇ ਨਾ ਕਿਤੇ ਖਿੱਚੋ ਤਨ ਜਿਹੜੀ ਹੈ ਉਹ ਟਗ ਆਫ ਵਾਰ ਹਰਿਆਣਾ ਤੇ ਪੰਜਾਬ ਦੇ ਅਫਸਰਾਂ ਦੇ ਵਿੱਚ, ਪਰ ਨਾਲ ਦੇ ਨਾਲ ਡਾਇਨਾਮਿਕਸ ਦੇ ਅਫਸਰਾਂ ਦੇ ਵਿੱਚ ਚੱਲ ਰਹੀ ਸੀ, ਜਿਹਦੇ ਕਰਕੇ ਕਾਫੀ ਸਾਰੇ ਡਿਸੀਜਨਸ ਕਈ ਸਾਰੀ ਜਿਹੜੀਆਂ ਕੁਐਸਚਨ ਮਾਰਕਸ ਲੱਗ ਰਹੇ ਸੀਗੇ। ਇਸ ਕਰਕੇ ਵੀ ਇਹ ਪਰੇਸ਼ਾਨੀ ਕਾਫੀ ਸਮੇਂ ਤੋਂ ਆ ਰਹੀ ਸੀ। ਤੇ ਦੂਜੀ ਗੱਲ ਇਸ ਇਹ ਵੀ ਦੇਖੀ ਜਾ ਸਕਦੀ ਹੈ ਕਿ ਸ਼ਾਇਦ ਕੁਲਦੀਪ ਸਿੰਘ ਚਾਹਲ ਨੂੰ ਇਸ ਚੀਜ਼ ਦਾ ਇਲਮ ਸੀਗਾ, ਐਸੀ ਕਰਕੇ ਉਹ ਕਈ ਸਾਰੀ ਪ੍ਰੈਸ ਕਾਨਫਰੰਸਿਸ ਆਖਰੀ ਦੇ ਸਮੇਂ 'ਚ ਪਰ ਨਾਲ ਦੇ ਨਾਲ ਬਹੁਤ ਐਕਟਿਵ ਹੋ ਕੇ ਦਿਖਾ ਰਹੇ ਸੀਗੇ ਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਉਹ ਕਿਸ ਤਰੀਕੇ ਨਾਲ ਕੀਤਾ। ਇਸ ਚੀਜ਼ ਨੂੰ ਲੈ ਕੇ ਸਿਆਸੀ ਪ੍ਰਤੀਕਿਰਿਆਵਾਂ, ਵਿਰੋਧੀ ਪਾਰਟੀ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਦੂਜੇ ਪਾਸੇ ਭਗਵੰਤ ਮਾਨ ਦਾ ਵੀ ਬਿਆਨ ਹੈ। ਸਭ ਤੋਂ ਪਹਿਲਾਂ ਅਸੀਂ ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਦੇ ਉਹ ਬਿਆਨ ਲੋਕਾਂ ਨੂੰ, ਆਪਣੇ ਦਰਸ਼ਕਾਂ ਨੂੰ ਸੁਣਾਉਣਾ ਚਾਹਾਂਗੇ ਕਿ ਉਹ ਕੀ ਕੁਝ ਕਹਿ ਰਹੇ ਨੇ। ਹੌਲੀ ਹੌਲੀ ਸਾਰੀਆਂ ਜੋ ਪੰਜਾਬ ਦੇ ਹੱਕ ਹੈ ਆ ਚਲੇ ਜਾ ਰਹੇ ਹੈ। ਹੁਣ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਤੁਸੀਂ ਦੇਖਿਓ ਬੀਬੀਐਮਬੀ ਦਾ ਕੰਟਰੋਲ ਚਲਾ ਗਿਆ, ਕੋਈ ਸਰਕਾਰ ਨਹੀਂ ਬੋਲੀ। ਆ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਹੈ ਉਹਦਾ ਰਾਈਟ ਹੁੰਦਾ ਹੈ ਤੇ ਉਹ ਲੜਾਈ ਲੜਨ ਵਾਸਤੇ ਬਣਾਈ ਜਾਂਦੀ ਹੈ ਆਪਣੇ ਹੱਕਾਂ ਵਾਸਤੇ। ਅੱਜ ਚੰਡੀਗੜ੍ਹ ਦੇ ਅਫਸਰ ਬਦਲ ਦਿੱਤੇ, ਚੁੱਪ ਬੈਠੇ ਹੈ। ਐਸਐਸਪੀ ਲਗਾਤਾਰ ਇੱਕ ਫੇਸ ਹੈ ਚੰਡੀਗੜ੍ਹ ਦਾ, ਉਹ ਪੰਜਾਬ ਦਾ ਹੈ, ਟ੍ਰੈਡੀਸ਼ਨ ਹੈ, ਰਾਈਟ ਹੈ। ਸਰਕਾਰ ਚੁੱਪ ਬੈਠੀ ਹੈ। ਕੱਲੀ ਜੇ ਬੋਲ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਕਿਉਂ? ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ। ਅਸੀਂ ਇਤਰਾਜ਼ ਪ੍ਰਗਟ ਕਰ ਦਿੱਤਾ ਹੈ ਗਵਰਨਰ ਸਾਹਿਬ ਕੋਲੇ ਕਿ ਹਮੇਸ਼ਾ ਐਸਐਸਪੀ ਜਿਹੜਾ ਪੰਜਾਬ ਕੇਡਰ ਦਾ ਰਿਹਾ, ਉਹਨਾਂ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਰਾਤ ਨੂੰ 10 ਵਜੇ ਆਰਡਰ ਕਰਤੇ। ਸੋ ਅਸੀਂ ਐਮਐਚਏ ਕੋਲ ਵੀ ਇਹ ਚਿੱਠੀ ਲਿਖੀ ਹੈ ਕਿ ਸਾਨੂੰ ਤਾਂ ਘੱਟੋ ਘੱਟ ਪਹਿਲਾਂ ਸਾਡੇ ਨਾਲ ਕੰਸਰਨ ਕਰ ਲੈਂਦੇ, ਅਸੀਂ ਹੋਰ ਪੈਨਲ ਭੇਜ ਦਿੰਦੇ। ਪੋਸਟ ਤਾਂ ਸਾਡੀ ਰਹਿਣੀ ਚਾਹੀਦੀ ਹੈ ਨਾ, ਹਰਿਆਣਾ ਕੱਟ ਨੂੰ ਕਿਵੇਂ ਦੇਤੀ। ਸੋ ਅਸੀਂ ਇਸ ਮਾਮਲੇ 'ਚ ਅੱਜ ਹੀ ਅਸੀਂ ਆਈਪੀਐਸ ਅਫਸਰਾਂ ਦਾ ਜਿਹੜਾ ਐਸਐਸਪੀ ਲੱਗਣ ਵਾਸਤੇ ਪੈਨਲ ਭੇਜ ਰਹੇ ਹਾਂ। ਉਮੀਦ ਹੈ ਕਿ ਬੜੀ ਜਲਦੀ ਐਸਐਸਪੀ ਜਿਹੜਾ ਹੈ ਪੰਜਾਬ ਕੇਡਰ ਦਾ ਚੰਡੀਗੜ੍ਹ ਦੇ ਵਿੱਚ ਜਾਣਾ। ਦੇ ਵਿੱਚ ਤੁਸੀਂ ਕੇਂਦਰ ਦੇ ਸਾਹਮਣੇ ਵੀ ਮੁੱਦਾ ਰੱਖਿਆ ਕਿ ਜਿਹੜੇ ਬੀਬੀਐਮਬੀ ਦੇ ਡਾਇਰੈਕਟਰ ਨੇ ਜਾਂ ਜਿਹੜੇ ਅਧਿਕਾਰੀ ਨੇ ਉਹ ਦਿੱਤੇ ਹਨ, ਉਹਦੇ ਲਈ ਵੀ ਕਿਹਾ ਜਾ ਰਿਹਾ ਕਿ ਕੇਂਦਰ ਨੇ ਪੈਨਲ ਤੁਹਾਡੇ ਤੋਂ ਮੰਗ ਲਿਆ। ਹਾਂਜੀ, ਅਸੀਂ ਉਹਨਾਂ ਨੂੰ ਚਿੱਠੀ ਲਿਖੀ ਸੀ। ਪਿਛਲੇ ਦਿਨੀ ਪਾਵਰ ਮਿਨਿਸਟਰ ਆਰ ਕੇ ਸਿੰਘ ਜੀ ਨਾਲ ਮੁਲਾਕਾਤ ਵੀ ਹੋਈ ਸੀ। ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਦਾ ਜਿਹੜਾ ਚੀਫ ਇੰਜੀਨੀਅਰ ਹੈ ਉਹਨੂੰ ਅਸੀਂ ਬੀਬੀਐਮਬੀ ਦੇ ਵਿੱਚ ਮੈਂਬਰ ਪਾਵਰ ਦੇ ਤੌਰ ਤੇ ਰੱਖਾਂਗੇ, ਕਿਉਂਕਿ ਪੰਜਾਬ ਦਾ ਮੈਂਬਰ ਪਾਵਰ ਹੈ, ਹਰਿਆਣੇ ਦਾ ਮੈਂਬਰ ਇਰੀਗੇਸ਼ਨ ਹੈ। ਸੋ ਸਾਡੇ ਜਿਹੜੀ ਉੱਥੇ ਅਫਸਰ ਦੀ ਜਿਹੜੀ ਅਸੀਂ ਕਿਹਾ ਸੀ ਨਿਯੁਕਤੀ ਦੀ, ਉਹ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਦੇ ਸਾਈਨ ਹੋਣਗੇ, ਅਸੀਂ ਲਿਖ ਕੇ ਭੇਜ ਦਿੱਤਾ ਗਿਆ ਤੇ ਸਾਈਨ ਹੋ ਕੇ। ਤਾਂ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਬਿਆਨ ਨੇ ਜਿਹੜੇ ਆ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਆਖਿਆ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਕੀ ਕੁਝ ਕਿਹਾ। ਸਹਿਯੋਗੀ ਬਜ਼ਮ ਵਰਮਾ ਮੇਰੇ ਨਾਲ ਲਗਾਤਾਰ ਬਣੇ ਹੋਏ ਨੇ। ਬਜ਼ਮ, ਹਰ ਵਾਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉੱਥੇ ਵੀ ਰਾਜਪਾਲ ਵਰਸਸ ਸੀਐਮ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੈ ਤਾਂ ਇੱਥੇ ਵੀ ਰਾਜਪਾਲ ਵਰਸਸ ਸੀਐਮ ਹੋ ਗਿਆ। ਕਿ ਇਹ ਪਾਰਟੀ ਦੀ ਇੱਕ ਲਾਈਨ ਜੀ ਨਹੀਂ ਬਣ ਗਈ ਜਾਪਦੀ ਕਿ ਇੱਕ ਇਸ ਤੇ ਮੀਮਸ ਵੀ ਬਣਨੇ ਸ਼ੁਰੂ ਹੋ ਜਾਣਗੇ ਸ਼ਾਇਦ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੇ ਰਾਜਪਾਲ ਵਰਸਸ ਸੀਐਮ ਹੋ ਜਾਂਦਾ ਹੈ। ਦੇਖੋ ਬਿਲਕੁਲ ਇਹ ਵੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਅੱਗੇ ਆਉਣ ਵਾਲੇ ਸਮੇਂ 'ਚ
ਗਵਰਨਰ ਵਰਸਸ ਸੀਐਮ ਹੋਏ, ਜਿਸ ਤਰੀਕੇ ਨਾਲ ਦਿੱਲੀ 'ਚ ਅਸੀਂ ਦੇਖਦੇ ਰਹੇ ਹਾਂ ਐਲਜੀ ਵਰਸਸ ਕੇਜਰੀਵਾਲ ਚੱਲਦਾ ਰਿਹਾ ਹੈ, ਉਸ ਤਰੀਕੇ ਨਾਲ ਪੰਜਾਬ 'ਚ ਵੀ ਕਿਤੇ ਨਾ ਕਿਤੇ ਆਪਰੇਸ਼ਨ ਲੋਟਸ ਦੀ ਗੱਲ ਹੋਏ, ਜਦ ਇਹ ਕਹਿਣ ਕਿ ਅਸੀਂ ਸਾਨੂੰ ਇੱਕ ਦਿਨ ਚਾਹੀਦਾ, ਜਦ ਅਸੀਂ ਸਾਰਾ ਕੁਝ ਪਾਰਲੀਮੈਂਟ ਆਪਣਾ ਵਿਧਾਨ ਸਭਾ ਬਿਠਾਣੀ ਆ, ਉਸ ਤੋਂ ਵੀ ਇੱਕ ਦਿਨ ਸੈਸ਼ਨ ਕੈਂਸਲ ਕਰ ਦਿੱਤਾ ਜਾਂਦਾ ਹੈ। ਇਸ ਤਰੀਕੇ ਨਾਲ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬ 'ਚ ਵੀ ਹਲੇ ਦੇਖਣ ਨੂੰ ਮਿਲ ਰਹੀਆਂ ਨੇ, ਪਰ ਹਲੇ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਏਗੀ, ਕਿਉਂਕਿ ਕਈ ਸਾਰੇ ਅਸੀਂ ਆਫੀਸ਼ੀਅਲਸ ਨਾਲ ਗੱਲ ਕੀਤੀ ਹੈ, ਕਈ ਸਾਰੇ ਅਸੀਂ ਪੋਲੀਟੀਕਲ ਲੋਕਾਂ ਨਾਲ ਗੱਲ ਕੀਤੀ ਹੈ। ਬੀਜੇਪੀ ਦੇ ਤਰੁਣ ਚੁੱਗ ਨੇ, ਬੜੇ ਸੀਨੀਅਰ ਲੀਡਰ ਨੇ ਪੰਜਾਬ ਦੇ, ਉਹਨਾਂ ਨੇ ਕਿਹਾ ਐਡਮਿਨਿਸਟ੍ਰੇਟਿਵ ਫੈਸਲੇ ਹੁੰਦੇ ਨੇ, ਕਈ ਵਾਰੀ ਉਹਨਾਂ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਉਹ ਐਡਮਿਨਿਸਟ੍ਰੇਟਿਵ ਹੀ ਹੁੰਦੇ ਨੇ। ਤਾਂ ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ, ਯਾਨੀ ਮਿਕਸਡ। ਠੀਕ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਫੈਸਲੇ ਨੇ ਉਹ ਹੁੰਦੇ ਨੇ। ਮੇਰੇ ਸਹਿਯੋਗੀ ਵੀ ਬਜ਼ਮ ਵਰਮਾ ਮੇਰੇ ਨਾਲ ਜੁੜੇ ਹੋਏ ਸੀ, ਪਰ ਇੱਕ ਇੱਥੇ ਜਾਣਕਾਰੀ ਮੈਂ ਹੋਰ ਐਡ ਔਨ ਕਰਨਾ ਚਾਹਾਂਗੀ। ਬਜ਼ਮ ਦੇ ਨਾਲ ਅਸੀਂ ਫਿਰ ਤੋਂ ਗੱਲਬਾਤ ਜ਼ਰੂਰ ਕਰਾਂਗੇ, ਤੇ ਜਿਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਜ਼ਾਹਿਰ ਹੈ ਕਿ ਬਹੁਤ ਸਾਰੇ ਸਵਾਲ ਖਦਸ਼ੇ ਪੰਜਾਬ ਦੀ ਜਨਤਾ ਦੇ ਦਿਮਾਗ ਦੇ ਵਿੱਚ ਵੀ ਹੋਣਗੇ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਯੂਟੀ ਦੇ ਮੁਲਾਜ਼ਮਾਂ ਨੂੰ ਲੈ ਕੇ ਫੈਸਲਾ ਆਉਂਦਾ ਹੈ, ਅਮਿਤ ਸ਼ਾਹ ਚੰਡੀਗੜ੍ਹ ਆਉਂਦੇ ਨੇ ਤੇ ਸੇਵਾਵਾਂ ਯੂਟੀ ਦੇ ਅੰਦਰ ਕੇਂਦਰ ਸਰਕਾਰ ਦੇ ਅੰਦਰ ਕਰਨ ਦੀ ਗੱਲ ਆਖਦੇ ਨੇ, ਸਾਰੇ ਜਿਹੜੀਆਂ ਫੈਸਿਲਿਟੀਜ਼ ਨੇ ਉਹ ਦੇਣ ਦੀ ਗੱਲ ਆਖੀ ਜਾਂਦੀ ਹੈ। ਫਿਰ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਗੱਲਬਾਤ ਛਿੜਦੀ ਹੈ ਤੇ ਉਸ ਦੇ ਵਿੱਚੋਂ ਵੀ ਪੰਜਾਬ ਨੂੰ ਮੰਨਫੀ ਕਰਨ ਦੀ ਗੱਲ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਹੈ ਤੇ ਉੱਥੇ ਵੀ ਭਾਜਪਾ ਦਾ ਸਟੈਂਡ ਹੈ ਜਿਹੜਾ ਜ਼ਿਆਦਾਤਰ, ਹਮੇਸ਼ਾ ਨਹੀਂ ਜ਼ਿਆਦਾਤਰ ਪੰਜਾਬ ਵਿਰੋਧੀ ਹੀ ਰਿਹਾ। ਉਸ ਨੂੰ ਲੈ ਕੇ ਚਾਹੇ ਅਦਾਲਤਾਂ ਤੱਕ ਦੇ ਦਰਵਾਜ਼ੇ ਖੜਕਾਏ ਗਏ ਨੇ, ਚਾਹੇ ਫਿਰ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਹੁੰਦੀ ਹੈ, ਚਾਹੇ ਫਿਰ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੁੰਦੀ ਹੈ, ਚਾਹੇ ਚੰਡੀਗੜ੍ਹ ਦੀ ਗੱਲ ਹੁੰਦੀ ਹੈ, ਜਿਸ ਨੂੰ ਪੰਜਾਬ ਦੇ 28 ਪਿੰਡ ਉਜਾੜ ਕੇ ਬਣਾਇਆ ਗਿਆ, ਜਿਸ ਤੇ ਹਮੇਸ਼ਾ ਪੰਜਾਬ ਨੇ ਆਪਣੀ ਦਾਅਵੇਦਾਰੀ ਵੀ ਠੋਕੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਜਨਤਾ ਦੇ ਦਿਮਾਗ ਦੇ ਵਿੱਚ ਵੀ ਸੰਸ਼ੇ ਖੜੇ ਕਰਦੀਆਂ ਨੇ ਕਿ ਆਖਰ ਦੇ ਵਿੱਚ ਕੇਂਦਰ ਸਰਕਾਰ ਕੀ ਚਾਹੁੰਦੀ ਹੈ ਤੇ ਸੂਬਾ ਸਰਕਾਰ ਆਪਣਾ ਪੱਖ ਕਿੰਨੇ ਸਟਰੋਂਗਲੀ ਰੱਖਦੀ ਹੈ। ਬਜ਼ਮ ਸਾਡੇ ਨਾਲ ਜੁੜੇ ਹੋਏ ਨੇ। ਬਜ਼ਮ, ਇੱਥੇ ਇੱਕ ਸਵਾਲ ਬਹੁਤ ਵੱਡਾ ਖੜਾ ਹੁੰਦਾ ਹੈ ਕਿ ਜਦੋਂ ਕੁਲਦੀਪ ਸਿੰਘ ਚਹਿਲ ਨੂੰ ਰਿਲੀਵ ਕੀਤਾ ਜਾਂਦਾ ਹੈ ਤਾਂ ਉਦੋਂ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਜਾਂਦਾ, ਮਤਲਬ ਪ੍ਰੋਟੋਕੋਲ ਦੀ ਅਵਹੇਲਨਾ ਇੱਥੇ ਵੀ ਕਹੀ ਜਾ ਸਕਦੀ ਹੈ। ਬਿਲਕੁਲ ਬਿਲਕੁਲ, ਦੇਖੋ ਇਸੇ ਇੱਕ ਹੋਰ ਵੀ ਐਂਗਲ ਸਾਹਮਣੇ ਆ ਰਿਹਾ ਹੈ ਕਿ ਜਦ ਵੀ ਇਸ ਤਰੀਕੇ ਨਾਲ ਕਿਸੇ SSP ਨੂੰ, ਸੀਨੀਅਰ ਅਧਿਕਾਰੀ ਨੂੰ ਵਾਪਸ ਭੇਜਣਾ ਹੁੰਦਾ ਤਾਂ MHO ਨੂੰ ਜ਼ਰੂਰ ਇਨਫੋਰਮ ਕਰਨਾ ਹੁੰਦਾ ਹੈ। MHO ਨੂੰ ਇੱਕ ਲੈਟਰ ਜਾਂਦਾ ਹੈ ਕਿ ਇਸ ਤਰੀਕੇ ਨਾਲ ਇਸ SSP ਨੂੰ ਜਿਹੜਾ ਉਹ ਡੈਪੂਟੇਸ਼ਨ ਤੇ ਭੇਜਿਆ ਗਿਆ ਸੀਗਾ, IPS ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਉਹ ਲੈਟਰ ਹਲੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਹੈ, ਨਾ ਇਸ ਤਰੀਕੇ ਨਾਲ ਕੋਈ ਗੱਲ ਸਾਹਮਣੇ ਆਈ ਹੈ ਕਿ MHO ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਹਿਲੀ ਵਾਰ ਸ਼ਾਇਦ ਹੋਇਆ ਹੋਣਾ ਕਿ ਕਿਸੇ ਗਵਰਨਰ ਨੇ ਇਸ ਤਰੀਕੇ ਨਾਲ ਚੰਡੀਗੜ੍ਹ 'ਚ ਕਿਸੇ IPS ਅਧਿਕਾਰੀ ਨੂੰ ਵਾਪਸ ਭੇਜਤਾ, ਇਹ ਕਹਿ ਕੇ ਕਿ ਨਈ ਅਸਾਈਨਮੈਂਟ ਜੁਆਇਨ ਕਰੇਗਾ ਤੇ ਬਿਨਾਂ ਕਾਰਨ ਦੱਸੇ। ਪਰ ਨਾਲ ਦੇ ਨਾਲ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ 3 ਸਾਲ ਤੋਂ ਪਹਿਲਾਂ ਹੀ ਕਿਸੇ IPS ਅਧਿਕਾਰੀ ਨੂੰ, ਜਿਹੜਾ SSP ਚੰਡੀਗੜ੍ਹ ਹੋਏ ਲਾਅ ਐਂਡ ਆਰਡਰ, ਉਹਨੂੰ ਵਾਪਸ ਭੇਜ ਦਿੱਤਾ ਗਿਆ ਹੋ ਉਹਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ। ਤਾਂ ਕਈ ਸਾਰੇ ਇਸ ਸਵਾਲ ਜ਼ਰੂਰ ਖੜੇ ਹੋ ਰਹੇ ਨੇ, ਪਰ ਕੀ ਵਾਕਈ ਟੈਕਨੀਕਲ ਸਵਾਲ ਸੀਗੇ ਕਿ ਅਫਸਰਾਂ ਦੀ ਜਿਹੜੀ ਟਗ ਆਫ ਵਾਰ ਚੱਲ ਰਹੀ ਸੀ ਉਹ ਇਹਦਾ ਕਾਰਨ ਸੀਗਾ, ਜਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਸੀਗੀ, ਜਾਂ ਕੀ ਆਖਿਰਕਾਰ ਕਾਰਨ ਸੀਗਾ? ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਸ ਤਰੀਕੇ ਨਾਲ LG ਵਰਸਸ ਕੇਜਰੀਵਾਲ ਚੱਲਦਾ ਉੱਥੇ ਰਿਹਾ ਦਿੱਲੀ 'ਚ, ਉਸੇ ਤਰੀਕੇ ਨਾਲ ਇੱਥੇ ਕੀ ਉਹੀ ਚੀਜ਼ ਦੇਖਣ ਨੂੰ ਮਿਲ ਰਹੀ ਹੈ? ਜਾਂ ਜੇ ਗੱਲ ਅਸੀਂ ਕਰੀਏ ਜਿਹੜੇ ਪੰਜਾਬ ਦੇ ਪਿੰਡ ਉਜਾੜੇ ਗਏ, ਉਸ ਤੋਂ ਬਾਅਦ ਚੰਡੀਗੜ੍ਹ ਬਣਾਇਆ ਗਿਆ, ਚੰਡੀਗੜ੍ਹ ਦਾ ਜਿਹੜਾ ਹਿੱਸਾ ਹੈ ਉਹ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ, ਇਹ ਆਰੋਪ ਜਿਹੜਾ ਹੈ ਕਈ ਸਾਰੇ ਲੀਡਰ ਲਾਉਂਦੇ ਨੇ। ਤਾਂ ਕੀ ਉਹ ਇਹ ਕਾਰਨ ਹੈ? ਇਹ ਕਾਰਨ ਜਿਹੜਾ ਹੈ ਉਹ ਆਉਣ ਵਾਲਾ ਸਮਾਂ ਦੱਸੂਗਾ, ਜਦ ਪੰਜਾਬ ਵੱਲੋਂ 3 IPS ਅਧਿਕਾਰੀਆਂ ਦੇ ਨਾਂ ਭੇਜੇ ਜਾਣਗੇ ਤੇ ਦੂਜੇ ਪਾਸੇ ਚੰਡੀਗੜ੍ਹ ਕਿਹੜਾ IPS ਅਧਿਕਾਰੀ ਪੰਜਾਬ ਕਿਹੜਾ ਦਾ ਐਕਸੈਪਟ ਕਰਦਾ ਹੈ। ਜੇ ਕਰਦਾ ਤਾਂ ਫਿਰ ਜਿਸ ਤਰੀਕੇ ਨਾਲ ਸਮੂਥ ਪ੍ਰੋਸੈਸ ਚੱਲਦਾ ਉਹੀ ਚੱਲੂਗਾ, ਜਾਂ ਫਿਰ ਜੇ ਨਹੀਂ ਕਰਦਾ, ਜੇ ਕੋਈ ਡੈਨਿਪਸ ਦਾ ਅਫਸਰ ਲਾਇਆ ਜਾਂਦਾ ਹੈ SSP, ਤਾਂ ਕਿਤੇ ਨਾ ਕਿਤੇ ਫਿਰ ਅਸੀਂ ਕਹਿ ਸਕਦੇ ਹਾਂ ਸਿਆਸਤ ਨਾ ਸਿਰਫ ਭਖੂਗੀ, ਬਲਕਿ ਜੇ ਸਿਆਸਤ ਦੀ ਕੁੰਡੀ ਹੈ ਉਹ ਖੁੱਲੇਗੀ ਤੇ ਕਈ ਸਾਰੇ ਹੋਰ ਰਿਐਕਸ਼ਨ ਸਾਹਮਣੇ ਆਣਗੇ। ਬਿਲਕੁਲ ਜੀ। ਬਜ਼ਮ, ਇੱਕ ਲਾਸਟ ਸਵਾਲ ਮੇਰਾ ਹੋ ਰਿਹਾ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਵੀ ਬਿਆਨ ਸੁਣਿਆ। ਸੁਖਬੀਰ ਸਿੰਘ ਬਾਦਲ ਇਸ ਸਭ ਦੇ ਲਈ ਟੋਟਲੀ ਹੀ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ। ਉਹ ਕਹਿ ਰਹੇ ਨੇ ਕਿ ਪੰਜਾਬ ਦੇ ਲਈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਵਕਤ ਸੱਤਾ ਤੇ ਕਾਬਜ਼ ਹੈ ਪੰਜਾਬ ਦੀ, ਤੇ ਉਹ ਪੰਜਾਬ ਦੇ ਲਈ ਸਟੈਂਡ ਲੈ ਹੀ ਨਹੀਂ ਪਾ ਰਹੀ। ਦੇਖੋ ਬਿਲਕੁਲ ਪੋਲੀਟੀਕਲ ਬਿਆਨ ਕਈ ਸਾਰੇ ਸਾਹਮਣੇ ਆ ਰਹੇ ਨੇ, ਕਈ ਸਾਰੇ ਆਪੋਜੀਸ਼ਨ ਲੀਡਰ ਇਹੀ ਇਲਜ਼ਾਮ ਲਾ ਰਹੇ ਨੇ ਕਿ ਆਖਿਰਕਾਰ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੋਣਾ ਚਾਹੀਦਾ ਹੈ ਜਦ ਟਗ ਆਫ ਵਾਰ ਹੋ ਜਾਏ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ, ਤੇ ਪੰਜਾਬ ਸਰਕਾਰ ਦਾ ਕੀ ਅਹਿਮ ਰੋਲ ਰਹਿੰਦਾ ਹੈ ਇਸ ਤੇ ਪੰਜਾਬ ਸਰਕਾਰ ਕਿਵੇਂ ਜਿਹੜੀ ਪੰਜਾਬ ਦਾ ਸਾਰ ਹੈ ਉਹ ਕਰਦੀ ਹੈ। ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਹੁਣ ਆਖਿਰਕਾਰ ਇਸੇ ਕੀ ਫੈਸਲਾ ਲਏਗੀ, ਕਿਉਂਕਿ ਕੱਲ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਲੈਟਰ ਜ਼ਰੂਰ ਭੇਜੀ ਗਵਰਨਰ ਨੂੰ ਕੰਡੈਮ ਕਰਦੇ ਹੋਏ ਕਿ ਕਿਸ ਤਰੀਕੇ ਨਾਲ ਇੱਕ SSP IPS ਅਧਿਕਾਰੀ ਨੂੰ, ਜਿਹੜਾ ਕਿ SSP ਨਿਯੁਕਤ ਕੀਤਾ ਗਿਆ ਸੀ ਪੰਜਾਬ ਕੇਡਰ ਦਾ,
ਚੰਡੀਗੜ੍ਹ ਦੇ ਵਿੱਚ ਉਹਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਤਾਂ ਬਿਨਾਂ ਕਿਸੇ ਕੋਈ ਰੀਜ਼ਨ ਕਰਕੇ, ਕਿਉਂਕਿ ਅਸੀਂ ਦੇਖੋ ਨਾ ਸਿਰਫ ਡੀਜੀਪੀ ਨਾਲ ਬਲਕਿ ਅਸੀਂ ਹੋਰ ਕਈ ਸਾਰੇ ਸੀਨੀਅਰ ਆਈਪੀਐਸ ਅਧਿਕਾਰੀ ਜਿਹੜੇ ਚੰਡੀਗੜ੍ਹ ਦੇ ਨੇ, ਇੱਥੇ ਤੱਕ ਕਿ ਜਿਹੜੇ ਐਡੀਸ਼ਨਲ ਚਾਰਜ ਜਿਹਨਾਂ ਨੂੰ ਦਿੱਤਾ ਗਿਆ ਮਨੀਸ਼ਾ ਚੌਧਰੀ ਦੇ ਦਫ਼ਤਰ ਵੀ ਗਏ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਿਆਂ ਨੇ ਗੱਲ ਕਰਨ ਤੋਂ ਇਨਕਾਰ ਕਰਤਾ। ਹੁਣ ਗੱਲ ਕਦ ਕਰਨਗੇ? ਜਦ ਕੋਈ ਚੀਜ਼ ਸਾਹਮਣੇ ਆਊਗੀ ਜਾਂ ਕੋਈ ਰੀਜ਼ਨ ਸਾਹਮਣੇ ਆਏਗਾ, ਕਿਉਂਕਿ ਹਲੇ ਤੱਕ ਕੋਈ ਰੀਜ਼ਨ ਸਾਹਮਣੇ ਨਹੀਂ ਆ ਪਾਇਆ ਹੈ। ਇਸ ਕਰਕੇ ਕਿਆਸ ਬੜੇ ਸਾਰੇ ਲਾਏ ਜਾ ਰਹੇ ਨੇ। ਕਿਆਸਾਂ ਦੇ ਜਦ ਹੱਲ ਉਹੀ ਨਿਕਲੂਗਾ ਤਾਂ ਹੀ ਨਿਕਲੂਗਾ ਜਦ ਆਖਿਰਕਾਰ ਮੇਨ ਰੀਜ਼ਨ ਸਾਹਮਣੇ ਆਊਗਾ। ਠੀਕ ਹੈ ਬਜ਼ਮ, ਬਹੁਤ ਸਾਰੇ ਸਵਾਲ ਨੇ, ਸ਼ੰਕਾਵਾਂ ਨੇ, ਖਦਸ਼ੇ ਨੇ ਪੰਜਾਬ ਦੀ ਜਨਤਾ ਦੇ ਦਿਮਾਗ ਦੇ ਵਿੱਚ ਨੇ, ਜਿੱਥੇ ਉੱਥੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵੀ ਹੁਣ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੇ ਹਿੱਤਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਖੜੇ ਕਰ ਰਹੀਆਂ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ तमाम ਜਾਣਕਾਰੀ ਸਾਡੇ ਤੱਕ ਪਹੁੰਚਾਈ ਹੈ ਤੇ ਹੋਰ ਵਧੇਰੇ ਅਪਡੇਟਸ ਅਸੀਂ ਇਸ ਬਾਬਤ ਤੁਹਾਡੇ ਤੋਂ ਲੈਂਦੇ ਰਹਾਂਗੇ। ਫਿਲਹਾਲ ਲਈ ਸ਼ੁਕਰੀਆ। ਤੇ ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਕੁਲਦੀਪ ਸਿੰਘ ਚਾਹਲ ASI ਚੁਣੇ ਗਏ ਸੀ ਚੰਡੀਗੜ੍ਹ ਪੁਲਿਸ ਦੇ ਵਿੱਚ। ਹਰਿਆਣਾ ਦੇ ਵਿੱਚ ਜਨਮੇ ਸੀ 1981 ਦੇ ਵਿੱਚ, ਬਾਅਦ ਵਿੱਚ 2009 ਦੇ ਵਿੱਚ IPS ਕੈਡਰ ਦੇ ਉਹ ਚੁਣੇ ਗਏ ਨੇ ਤੇ ਚੰਡੀਗੜ੍ਹ ਦੇ ਵਿੱਚ ਇਸ ਵਕਤ ਤੈਨਾਤ ਸੀ। 10 ਮਹੀਨੇ ਪਹਿਲਾਂ ਉਹਨਾਂ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਉਹਨਾਂ ਨੂੰ ਰਿਲੀਵ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਕੋਈ ਕਾਰਨ ਵੀ ਨਹੀਂ ਦੱਸਿਆ ਜਾਂਦਾ। ਇਹ ਉਹ तमाम ਚੀਜ਼ਾਂ ਨੇ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਉਹ ਲੋਕਾਂ ਦੇ ਵਿੱਚ ਵੀ ਚੱਲ ਰਹੀਆਂ ਨੇ। ਵਿਰੋਧੀ ਪਾਰਟੀਆਂ ਵੀ ਹੁਣ ਉੱਤਰ ਆਈਆਂ ਨੇ ਤੇ ਸਿਆਸਤ ਵੀ ਹੈ ਜਿਹੜੀ ਇਸ ਤੇ ਪੱਖਣੀ ਲਾਜ਼ਮੀ ਹੈ। ਪਰ ਇਨ ਸਭ ਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਜਿਹੜੇ ਇਖਤਿਆਰ ਨੇ, ਜਿਹੜੇ ਹੱਕ ਨੇ, ਕਿ ਹੌਲੀ ਹੌਲੀ ਜੋ ਜਨਤਾ ਦੇ ਵਿੱਚ ਸਵਾਲ ਹੈ ਕਿ ਹੌਲੀ ਹੌਲੀ ਕੇਂਦਰ ਉਸਨੂੰ ਪੰਜਾਬ ਦੇ ਹੱਕ ਖੋ ਰਿਹਾ ਤੇ ਪੰਜਾਬ ਨੂੰ ਜੋ ਵੱਡੇ ਮੁੱਦੇ ਨੇ ਉਹਨਾਂ ਦੇ ਵਿੱਚੋਂ ਮਨਫੀ ਕਰ ਰਿਹਾ ਹੈ।